ਸਾਡੇ ਕਿਸਾਨ ਸਾਡੇ ਅੰਨਦਾਤਾ ਨੇ। ਇਸ ਦੇਸ਼ ਦੀ ਇਸ ਕੰਟਰੀ ਦੀ ਰੀੜ੍ਹ ਦੀ ਹੱਡੀ ਹੈਗੇ ਨੇ ਤੇ ਉਹ ਆਪਣਾ ਕੋਈ ਵੀ ਐਜੀਟੇਸ਼ਨ ਕਰਨ ਸਾਨੂੰ ਸਮਝ 'ਚ ਆਉਂਦਾ ਹੈ, ਲੇਕਿਨ ਜਿਹੜੇ ਵਿੱਚ ਅੱਗ ਦੇ ਵਿੱਚ ਘੀ ਦਾ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਅੱਗ ਲਾਈ ਇਸ ਦੇਸ਼ ਦੇ ਵਿੱਚ, ਜਿਹੜੇ ਲੋਕਤੰਤਰ ਦੀ ਲੜਾਈ ਨਰਿੰਦਰ ਮੋਦੀ ਜੀ ਤੋਂ ਹਾਰ ਗਏ ਨੇ, ਭਾਰਤੀ ਜਨਤਾ ਪਾਰਟੀ ਤੋਂ ਡੈਮੋਕ੍ਰੇਟੀ ਦੀ ਲੜਾਈ ਹਾਰ ਚੁੱਕੇ ਨੇ, ਉਹ ਬੰਦੇ ਇਸ ਲੜਾਈ ਦੇ ਵਿੱਚ ਅੱਗ ਦੇ ਵਿੱਚ ਘੀ ਦਾ ਕੰਮ ਕਰ ਰਹੇ ਨੇ। ਉਹ ਭੜਕਾਉਣ 'ਤੇ ਲੱਗੇ ਹੋਏ, ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ। ਉਹਨਾਂ ਨੇ ਕਿਸਾਨਾਂ ਨੂੰ ਦਿਸ਼ਾ ਪ੍ਰਭਾਵਿਤ ਕਰਨ ਦਾ ਪ੍ਰਯਾਸ ਕੀਤਾ ਹੈ। ਤਾਂ ਕਿਸਾਨ ਵੀਰਾਂ ਅੱਗੇ ਵੀ ਬੇਨਤੀ ਹੈ, ਬਈ ਮਜਬੂਰੀ ਨੂੰ ਵੀ ਸਮਝੋ ਤੇ ਆਪਣੀ ਗੱਲ ਨੂੰ ਵੀ ਉਚਿਤ ਪਲੇਟਫਾਰਮ ਤੇ ਰੱਖੋ। ਜਿਹੜੇ ਦੇਸ਼ ਦੀ ਸੱਤਾ ਸੰਭਾਲੇ ਨੇ ਉਹਨਾਂ ਅੱਗੇ ਵੀ ਮਜਬੂਰੀ ਹੈ ਤੇ ਕਿਸਾਨ ਵੀਰਾਂ ਦੀ ਵੀ ਗੱਲ ਬਿਲਕੁਲ ਜਾਇਜ਼ ਹੈ। ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਨਾ ਵੀ ਰਾਹ ਕੱਢੋ ਤੇ ਮੇਰੇ ਕਿਸਾਨ ਵੀਰਾਂ ਦੇ ਹਿੱਤ ਵਿੱਚ ਸੋਚੋ। ਤੁਹਾਨੂੰ ਲੱਗਦਾ ਨਹੀਂ ਸੀ ਕਿ ਮਸਲਾ ਬੜੀ ਜਲਦੀ ਹੱਲ ਹੋ ਜਾਣਾ ਚਾਹੀਦਾ ਸੀ? ਇੰਨਾ ਵੱਡਾ ਮਸਲਾ ਨਹੀਂ ਸੀ ਬਣਨਾ ਜੇ ਸਰਕਾਰ ਥੋੜਾ ਜਿਹਾ ਧਿਆਨ ਦੇ। ਸਰਕਾਰ ਚਾਹੁੰਦੀ ਹੈ ਕਿ ਟੇਬਲ ਟਾਕ ਕਰਕੇ ਮਾਮਲੇ ਦਾ ਨਿਸਤਾਰਨ ਕੀਤਾ ਜਾਏ। ਸਵੈਮ ਕ੍ਰਿਸ਼ੀ ਮੰਤਰੀ ਤੇ ਹੋਰ ਵੀ ਮੰਤਰੀ ਆਪਣੇ ਪਿਊਸ਼ ਗੋਇਲ ਜੀ ਸਾਰੇ ਲੱਗੇ ਨੇ ਇਸ ਕੰਮ 'ਚ। ਹੱਲ ਨਿਕਲੂਗਾ, ਪੱਕਾ 9 ਤਰੀਕ ਨੂੰ ਨਿਕਲੂਗਾ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਹਰਵਿੰਦਰ ਸਿੰਘ ਚਾਵਲਾ ਸਿੱਖ ਸੰਗਤ ਨਿਊਜ਼ ਤੋਂ ਤੁਹਾਡਾ ਸਵਾਗਤ ਕਰਦਾ। ਸੰਗਤ ਜੀ, ਜਿਸ ਤਰ੍ਹਾਂ ਕਿ ਇਸ ਵੇਲੇ ਮੁੱਦਾ ਬਹੁਤ ਪੱਕਿਆ ਹੋਇਆ, ਕਿਸਾਨ ਜਿਹੜੇ ਹੈਗੇ ਆ ਦਿੱਲੀ ਕੂਚ ਕਰ ਚੁੱਕੇ ਨੇ। ਸੋ ਕੱਲ੍ਹ ਦਾ ਜਿਹੜਾ ਇੱਕ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ, ਸੋ ਉਹਦੇ ਲਈ ਅਸੀਂ ਅੱਜ ਪ੍ਰਤੀਕਿਰਿਆ ਲੈਣੀ ਹੈ। ਸਾਡੇ ਰੁੱਧਪੁਰ ਵਿਧਾਨ ਸਭਾ ਦੇ ਜਿਹੜੇ MLA ਹੈਗੇ ਆ ਰਾਜ ਕੁਮਾਰ ਠੁਰਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ। ਥੈਂਕ ਯੂ ਭਾਜੀ, ਥੈਂਕ ਯੂ। ਸਭ ਤੋਂ ਪਹਿਲੀ ਪ੍ਰਤੀਕਿਰਿਆ ਕੀ ਹੈਗੀ ਹੈ ਜਿਹੜਾ ਕੱਲ੍ਹ ਦਾ ਬੰਦ ਦਾ ਐਲਾਨ ਕੀਤਾ ਗਿਆ? ਸਾਡੇ ਕਿਸਾਨ ਸਾਡੇ ਅੰਨਦਾਤਾ ਨੇ। ਇਸ ਦੇਸ਼ ਦੀ ਇਸ ਕੰਟਰੀ ਦੀ ਰੀੜ੍ਹ ਦੀ ਹੱਡੀ ਹੈਗੇ ਨੇ ਤੇ ਉਹ ਆਪਣਾ ਕੋਈ ਵੀ ਐਜੀਟੇਸ਼ਨ ਕਰਨ ਸਾਨੂੰ ਸਮਝ 'ਚ ਆਉਂਦਾ ਹੈ, ਲੇਕਿਨ ਜਿਹੜੇ ਵਿੱਚ ਅੱਗ ਦੇ ਵਿੱਚ ਘੀ ਦਾ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਅੱਗ ਲਾਈ ਇਸ ਦੇਸ਼ ਦੇ ਵਿੱਚ, ਜਿਹੜੇ ਲੋਕਤੰਤਰ ਦੀ ਲੜਾਈ ਨਰਿੰਦਰ ਮੋਦੀ ਜੀ ਤੋਂ ਹਾਰ ਗਏ ਨੇ, ਭਾਰਤੀ ਜਨਤਾ ਪਾਰਟੀ ਤੋਂ ਡੈਮੋਕ੍ਰੇਟੀ ਦੀ ਲੜਾਈ ਹਾਰ ਚੁੱਕੇ ਨੇ, ਉਹ ਬੰਦੇ ਇਸ ਲੜਾਈ ਦੇ ਵਿੱਚ ਅੱਗ ਦੇ ਵਿੱਚ ਘੀ ਦਾ ਕੰਮ ਕਰ ਰਹੇ ਨੇ। ਉਹ ਭੜਕਾਉਣ 'ਤੇ ਲੱਗੇ ਹੋਏ, ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ। ਉਹਨਾਂ ਨੇ ਕਿਸਾਨਾਂ ਨੂੰ ਦਿਸ਼ਾ ਪ੍ਰਭਾਵਿਤ ਕਰਨ ਦਾ ਪ੍ਰਯਾਸ ਕੀਤਾ ਹੈ। ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ, ਜਿਹੜੀ ਗੱਲਬਾਤ ਚੱਲ ਰਹੀ ਗੌਰਮੈਂਟ ਦੇ ਨਾਲ, ਉਹ ਗੱਲਬਾਤ ਚੱਲਦੀ ਰਹੇ। ਤੇ ਮੈਂ ਚਾਹੁੰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ, ਜਿਹੜੇ 23 ਸੰਸ਼ੋਧਨ ਦੀ ਗੱਲ ਕਰਦੇ ਨੇ ਕਿਸਾਨ ਮੇਰੇ ਵੀਰ, ਤੇ ਆਪਾਂ 7 ਸੰਸ਼ੋਧਨ ਕਰ ਚੁੱਕੇ ਹਾਂ। ਮੈਂ ਚਾਹੁੰਦਾ ਕਿ ਹੋਰ ਵੀ ਵਿੱਚ ਟੇਬਲ ਟਾਕ ਕਰਕੇ ਨਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰ ਲਓ, ਕਿਉਂਕਿ ਦੇਸ਼ ਦਾ ਭਲਾ ਚਾਹੁੰਦੇ ਨੇ ਮੋਦੀ ਜੀ। ਮੋਦੀ ਕਦੀ ਵੀ ਨਹੀਂ ਚਾਹੁੰਦੇ ਵੀ ਕਿਸਾਨਾਂ ਦਾ ਕੋਈ ਅਹਿਤ ਹੋਏ, ਕੋਈ ਮਜਬੂਰੀ ਹੋਏਗੀ। ਇਸ ਕਰਕੇ ਮੇਰੇ ਤਾਂ ਕਿਸਾਨ ਵੀਰਾਂ ਅੱਗੇ ਵੀ ਬੇਨਤੀ ਹੈ, ਬਈ ਮਜਬੂਰੀ ਨੂੰ ਵੀ ਸਮਝੋ ਤੇ ਆਪਣੀ ਗੱਲ ਨੂੰ ਵੀ ਉਚਿਤ ਪਲੇਟਫਾਰਮ ਤੇ ਰੱਖੋ। ਜਿਹੜੀ ਟੇਬਲ ਟਾਕ ਚੱਲਦੀ, ਮੈਨੂੰ ਪੂਰੀ ਉਮੀਦ ਹੈ ਉਹਦੇ ਵਿੱਚ ਰਸਤਾ ਨਿਕਲ ਜਾਊਗਾ। ਤੇ ਜਿਹੜੇ ਸੰਸ਼ੋਧਨ, ਜਿਨ੍ਹਾਂ ਪੁਆਇੰਟਾਂ 'ਤੇ ਕਿਸਾਨ ਵੀਰਾਂ ਨੂੰ ਇਤਰਾਜ਼ ਹੈ, ਉਹ ਪੁਆਇੰਟ ਬੜੇ ਪ੍ਰਭਾਵੀ ਤਰੀਕੇ ਨਾਲ ਮੇਰੇ ਕਿਸਾਨ ਵੀਰ ਬਿਨਾਂ ਕਿਸੇ ਦਬਾਅ ਵਿੱਚ, ਪੋਲੀਟੀਕਲ ਪ੍ਰੈਸ਼ਰ ਵਿੱਚ ਉਹਨੂੰ ਰੱਖਣ ਤੇ ਨਿਸ਼ਚਿਤ ਰੂਪ ਨਾਲ ਸਰਕਾਰ ਨਾਲ ਗੱਲਬਾਤ ਕਰਕੇ, ਟੇਬਲ ਟਾਕ ਕਰਕੇ, ਭੇਟ ਵਾਰਤਾ ਕਰਕੇ ਰਸਤਾ ਨਿਕਲ ਸਕਦਾ ਹੈ। ਲੇਕਿਨ ਉਹਨਾਂ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਅੱਗ ਵਿੱਚ ਘੀ ਦਾ ਕੰਮ ਕਰਨਾ ਹੈ, ਜਿਨ੍ਹਾਂ ਕੋਲ ਲੀਡਰ ਆਪੋਜੀਸ਼ਨ ਨੀਗਾ, ਜਿਹੜੇ ਲੋਕਤੰਤਰ ਦੀ ਲੜਾਈ ਮੋਦੀ ਜੀ ਤੋਂ ਹਾਰ ਚੁੱਕੇ ਨੇ। ਮੋਦੀ ਜੀ ਦਾ ਵਿਰੋਧ ਕਰਨ ਵਾਸਤੇ ਉਹਨਾਂ ਨੇ ਕਿਸਾਨਾਂ ਨੂੰ ਹਥਿਆਰ ਬਣਾਇਆ ਹੈ। ਮੇਰੇ ਕਿਸਾਨ ਵੀਰਾਂ ਅੱਗੇ ਬੇਨਤੀ, ਹੱਥ ਜੋੜ ਕੇ ਬੇਨਤੀ ਹੈ, ਮੇਰੇ ਵੀਰੋ, ਆਪਾਂ ਦੇਸ਼ ਦਾ ਭਲਾ ਚਾਹਣਾ ਹੈ ਤੇ ਕਿਸਾਨ ਤੋਂ ਜ਼ਿਆਦਾ ਦੇਸ਼ ਦਾ ਭਲਾ ਕੋਈ ਚਾਹ ਨਹੀਂ ਸਕਦਾ। ਆਪਾਂ ਉਹਨਾਂ ਗਤੀਵਿਧੀਆਂ ਤੋਂ ਬਹੁਤ ਦੂਰ ਰਹਿਣਾ ਹੈ, ਉਹਨਾਂ ਲੋਕਾਂ ਤੋਂ ਬਹੁਤ ਦੂਰ ਰਹਿਣਾ ਹੈ ਜਿਹੜੇ ਕਿਸਾਨਾਂ ਨੂੰ ਹਥਿਆਰ ਬਣਾ ਕੇ ਇਸ ਲੜਾਈ ਦੇ ਵਿੱਚ ਆਪਣਾ ਉਦੇਸ਼, ਆਪਣਾ ਉੱਲੂ ਸਿੱਧਾ ਕਰ ਰਹੇ ਨੇ। ਆਪਾਂ ਉਹਨਾਂ ਤੋਂ ਬਹੁਤ ਸਾਵਧਾਨ ਰਹਿਣਾ ਹੈ। ਮੈਂ ਕਿਸਾਨ ਵੀਰਾਂ ਦੇ ਅੱਗੇ ਬਹੁਤ ਬੇਨਤੀ ਕਰਦਾ ਤੇ ਮੈਂ ਚਾਹੁੰਦਾ ਪਰਮਾਤਮਾ ਆਪਣੇ ਰੱਬ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ, ਇਹ ਮਾਮਲਾ ਸੋਲਵ ਹੋਏ। ਅਸੀਂ ਸਾਰੇ ਵੀਰ ਮਿਲ ਕਰ ਆਪਣੇ ਦੇਸ਼ ਦੀ, ਆਪਣੀ ਕੰਟਰੀ ਵਾਸਤੇ, ਦੇਸ਼ ਨੂੰ ਸਰਵੋਪਰੀ ਸਮਝਦੇ ਹੋਏ ਇਸ ਦੇ ਵਿੱਚ ਆਪਾਂ ਟੇਬਲ ਟਾਕ ਕਰਕੇ ਰਾਹ ਕੱਢੀਏ। ਇੰਨੀ ਦੇਰ ਹੋ ਰਹੀ, ਇਹਦਾ ਕਾਰਨ ਕੀ ਸਮਝਦੇ? ਦੇਖੋ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ। ਜਿਹੜੇ ਦੇਸ਼ ਦੀ ਸੱਤਾ ਸੰਭਾਲੇ ਨੇ ਉਹਨਾਂ ਅੱਗੇ ਵੀ ਮਜਬੂਰੀ ਹੈ ਤੇ ਕਿਸਾਨ ਵੀਰਾਂ ਦੀ ਵੀ ਗੱਲ ਬਿਲਕੁਲ ਜਾਇਜ਼ ਹੈ। ਕਿਸਾਨ ਵੀਰਾਂ ਦਾ ਵੀ ਮਕਸਦ ਹੱਲ ਹੋਵੇ। ਬਈ ਕਿਸਾਨ ਮੇਰੇ ਵੀਰਾਂ ਨੂੰ ਸਮਝਣਾ ਚਾਹੀਦਾ ਕਿ ਇੰਡੀਆ ਜਿਹੜਾ ਹੈ ਨਾ, ਭਾਰਤ, ਉਹ ਸਭ ਤੋਂ ਉੱਪਰ ਹੈ। ਸ਼ਹੀਦ ਭਗਤ ਸਿੰਘ ਨੂੰ ਯਾਦ ਕਰੋ, ਜਿਨ੍ਹਾਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕਰ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸ਼ਹੀਦ ਊਧਮ ਸਿੰਘ, ਆਪਾਂ ਉਹਨਾਂ ਦੇ ਪੱਚਿਨਾਂ 'ਤੇ ਚੱਲਣਾ ਹੈ। ਇਸ ਦੇਸ਼ ਨੂੰ ਹੋਰ ਸਬਲ ਬਣਾਉਣਾ ਹੈ, ਮਜ਼ਬੂਤ ਬਣਾਉਣਾ ਹੈ। ਕੋਈ ਪਾਕਿਸਤਾਨੀ, ਕੋਈ ਕੈਨੇਡਾ ਦੀ ਸਰਕਾਰ ਆਪਣੇ ਉੱਥੇ ਬੈਠ ਕਰ ਇੱਥੇ ਲੜਾਉਣ ਦਾ ਕੰਮ ਕਰਨ, ਆਪਣਾ ਮਕਸਦ, ਆਪਣਾ ਉੱਲੂ ਸਿੱਧਾ ਕਰਨ। ਇਸ ਕਰਕੇ ਮੈਨੂੰ ਚਾਹੀਦਾ ਹੈ, ਕਈ ਕਿਸਾਨ ਵੀ ਤਾਂ ਹੈਗੇ ਨੇ, ਜਿਹੜੇ ਸਾਂਸਦ ਹੈਗੇ ਨੇ, ਭਾਰਤ ਸਰਕਾਰ ਦੀ ਗੌਰਮੈਂਟ ਵਿੱਚ ਮਿਨਿਸਟਰ ਹੈਗੇ ਨੇ, ਉਹ ਵੀ ਕਿਸਾਨਾਂ ਦਾ ਹਿੱਤ ਚਾਹੁੰਦੇ ਨੇ। ਇਸ ਕਰਕੇ ਮੇਰੀ ਬੇਨਤੀ ਹੈ, ਦੇਰ ਹੈ ਲੇਕਿਨ ਅੰਧੇਰ ਨਹੀਂ। ਇਹ ਕੰਮ ਬਹੁਤ ਜਲਦੀ, ਮੈਨੂੰ ਉਮੀਦ ਹੈ ਕਿ 9 ਤਰੀਕ ਨੂੰ ਇਹਦਾ ਹੱਲ ਹੋ ਜਾਊਗਾ। ਸੋ ਬਹੁਤ ਬਹੁਤ ਧੰਨਵਾਦ ਠੁਕਰਾਲ ਜੀ ਦਾ। ਅਸੀਂ ਬਹੁਤ ਜਲਦੀ ਇੱਕ ਪ੍ਰੋਗਰਾਮ ਕਰਨਾ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਵੀ ਸ਼ਾਮਿਲ ਕਰਾਂਗੇ ਤੇ ਸਾਡੇ MLA ਸਾਹਿਬ ਵੀ ਹੋਣਗੇ, ਹੋਰ ਵੀ
ਭਾਜਪਾ ਦੇ ਨੁਮਾਇੰਦੇ ਹੋਣਗੇ ਜਿਨ੍ਹਾਂ ਦੇ ਨਾਲ ਅਸੀਂ ਸਾਹਮਣੇ ਆਮੋ ਸਾਹਮਣੇ ਉਹ ਆਪਣੇ ਸਵਾਲ ਰੱਖਣਗੇ ਤੇ ਭਾਈ ਸਾਹਿਬ ਉਹਨਾਂ ਦੇ ਜਵਾਬ ਦੇਣਗੇ। ਸੋ ਇਹ ਪ੍ਰਕਿਰਿਆ ਠੁਕਰਾਲ ਜੀ ਨੇ ਦਿੱਤੀ ਹੈ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਠੁਕਰਾਲ ਜੀ ਦਾ ਆਪ ਜੀ ਦਾ ਵੀ ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ। ਕਿਸਾਨ ਸਾਡੇ ਅੰਨਦਾਤਾ ਨੇ, ਕਿਸਾਨ ਸਾਡੇ ਵੀਰ ਨੇ, ਸਾਡੇ ਅਗਰਜ ਨੇ। ਮੇਰੇ ਬਜ਼ੁਰਗਾਂ ਨੂੰ ਠੰਡ ਦੇ ਵਿੱਚ ਉੱਥੇ ਐਜੀਟੇਸ਼ਨ ਕਰਨਾ ਪੈ ਰਿਹਾ। ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਨਾ ਵੀ ਰਾਹ ਕੱਢੋ ਤੇ ਮੇਰੇ ਕਿਸਾਨ ਵੀਰਾਂ ਦੇ ਹਿੱਤ ਵਿੱਚ ਸੋਚੋ। ਵੈਸੇ ਐਮਐਲਏ ਸਾਹਿਬ ਤੁਹਾਨੂੰ ਲੱਗਦਾ ਨਹੀਂ ਸੀ ਕਿ ਮਸਲਾ ਬੜੀ ਜਲਦੀ ਹੱਲ ਹੋ ਜਾਣਾ ਚਾਹੀਦਾ ਸੀ? ਇੰਨਾ ਵੱਡਾ ਮਸਲਾ ਨਹੀਂ ਸੀ ਬਣਨਾ ਜੇ ਸਰਕਾਰ ਥੋੜ੍ਹਾ ਜਿਹਾ ਧਿਆਨ ਦੇਣ ਦੇ ਲਈ। ਦੇਖੋ ਸਰਕਾਰ ਪੂਰਾ ਧਿਆਨ ਦੇ ਰਹੀ ਹੈ, ਇਹੋ ਜਿਹੀ ਗੱਲ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਟੇਬਲ ਟਾਕ ਕਰਕੇ ਮਾਮਲੇ ਦਾ ਨਿਸਤਾਰਨ ਕੀਤਾ ਜਾਏ। ਸਵੈਮ ਕ੍ਰਿਸ਼ੀ ਮੰਤਰੀ ਤੇ ਹੋਰ ਵੀ ਮੰਤਰੀ ਆਪਣੇ ਪਿਊਸ਼ ਗੋਇਲ ਜੀ ਸਾਰੇ ਲੱਗੇ ਨੇ ਇਸ ਕੰਮ 'ਚ। ਹੱਲ ਨਿਕਲੂਗਾ ਪੱਕਾ, 9 ਤਰੀਕ ਨੂੰ ਨਿਕਲੂਗਾ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ। ਸੋ ਜੁੜੇ ਰਹੋ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।